सत श्री अकाल। स्काई न्यूज़ पंजाब के खास प्रोग्राम चोण मैदान पंजाब में तुहाडा स्वागत करदा। मैं कोमल सिंगला, मेरे नाल मेरे सहयोगी साहिल नरोला मौजूद ने। तो असीं तुहानूं लैके पहुंचे हाँ लुधियाना शहर विखे। लुधियाना दे विच जिन्हें सिर कढ सीनियर लीडर ने जिहड़े चोण मैदान दे विच उतरे हुए ने, अपनी किस्मत आजमा रहे हैं, उन्हां नाल गलबात कर रहे हैं लगातार। तो हुण साडे नाल उस वेले उरे मौजूद ने लुधियाना साउथ तो पंजाब लोक कांग्रेस के उम्मीदवार ताजपुरिया जी। सर, सब तो पहले स्काई न्यूज़ पंजाब ते तुहाडा स्वागत। थैंक यू वेरी मच। सत श्री अकाल जी। ताजपुरिया जी, किवें देखते हो इस वेले पंजाब के हालात की ने, जेकर चोण हालातां दी गल करिए पहला? नहीं, ठीक है जी, आपकी बड़ी इंटरेस्टिंग चोन होनी है। अगे तो 2 पार्टी कंटेस्ट, ਵੱਧ ਤੋਂ 3 ਪਾਰਟੀ ਕੰਟੈਸਟ ਹੁੰਦਾ ਸੀ, ਹੁਣ ਤਾਂ ਇਟਸ ਮਲਟੀ ਕਾਰਨਰਡ ਕੰਟੈਸਟ ਹੈ। 4-5 ਪਾਰਟੀ ਤਾਂ ਮੇਨ ਜਿਹੜੀ ਹੈਗੀਆਂ ਨੇ, ਬਾਕੀ ਇੰਡੀਪੈਂਡੈਂਸ ਵੀ ਕਾਫੀ ਆ ਰਹੇ ਨੇ। ਅੱਜ ਕੀ ਲੋਕਾਂ 'ਚ ਬੜਾ ਉਤਸ਼ਾਹ ਹੈ ਜੀ। ਇਟਸ ਵੈਰੀ ਗੁੱਡ, ਹੈਲਦੀ ਕੰਪੀਟੀਸ਼ਨ, ਬਹੁਤ ਵਧੀਆ ਮਾਹੌਲ ਹੈ ਜੀ, ਬੜਾ आई थिंक वेरी गुड। कैप्टन साहब ਨੂੰ ਕਾਂਗਰਸ ਨੇ ਨਕਾਰਤਾ, ਉਹਨਾਂ ਦੇ 4.5 ਸਾਲ ਦੇ ਕੰਮਾਂ ਦੇ ਆਧਾਰ ਤੇ। ਉਹ ਕਹਿੰਦੇ ਕਾਂਗਰਸ ਪਾਰਟੀ ਨੇ ਸਾਈਡਲਾਈਨ ਕਰਤਾ, ਮਜਬੂਰ ਕਰਤਾ ਅਸਤੀਫਾ ਦੇਣ ਲਈ। ਕਿਵੇਂ ਦੇਖਦੇ ਹੋ ਹਾਈ ਕਮਾਂਡ ਬਾਰੇ? ਨਹੀਂ ਸਰ, ਗੱਲ ਇਹ ਹੈ ਨਾ ਜੀ ਕਿ ਹਿਊਮਿਲੇਟ ਕਰਕੇ ਕਿਸ ਨੂੰ ਕੱਢਣਾ ਜੀ ਤੇ ਅਸਤੀਫਾ ਦੇਣਾ ਸਭ ਨੇ ਕਿਹਾ। ਠੀਕ ਹੈ ਜੀ, ਸੀਐਲਪੀ ਲੀਡਰ ਹੋਣ ਦੇ ਬਾਵਜੂਦ ਤੁਸੀਂ ਉਹਦੇ ਬੈਕ ਮਗਰ ਤੁਸੀਂ ਆਪਦੀ ਮੀਟਿੰਗ ਬੁਲਾਓ। ਜਿਹੜਾ ਸੀਐਲਪੀ ਮੀਟਿੰਗ ਬੁਲਾਉਣ ਦਾ ਪ੍ਰੈਜ਼ੀਡੈਂਟ ਹੁੰਦਾ ਹੈ ਸੀਐਮ ਸਾਹਿਬ ਦਾ, ਜਿਹੜਾ ਲੀਡਰ ਆਫ ਆਪੋਜੀਸ਼ਨ ਆਫ ਦਾ ਹਾਊਸ ਨੇ ਜੀ। ਠੀਕ ਹੈ ਜੀ, ਉਹਨਾਂ ਦੇ ਪਿੱਛੇ ਤੁਸੀਂ ਰਾਤ ਨੂੰ ਬਹਿ ਕੇ ਇੱਕ ਕੂ ਕਰੋ ਤੇ ਉਹ ਤਾਂ ਗੱਲ ਮਾੜੀ ਹੈ ਨਾ ਜੀ। ਜੇ ਤੁਸੀਂ ਦੇਖੋ 2017 ਦੀ ਜਿਹੜੀ ਇਲੈਕਸ਼ਨਸ ਨੇ, ਕਾਂਗਰਸ ਦਾ ਕਿਤੇ ਨਾਂ ਨਹੀਂ ਸੀਗਾ। ਜੋ ਵੀ ਤੁਹਾਡੀ ਰਿਵੋਲਵ ਹੋਈ ਹੈ ਕੈਂਪੇਨ, ਕੈਪਟਨ ਸਾਹਿਬ ਦੇ ਨਾਂ ਦੇ ਉੱਪਰ ਹੋਈ ਹੈ। ਕਾਫੀ ਵਿਦ ਕੈਂਪੇਨ, ਕਾਫੀ ਵਿਦ ਕੈਪਟਨ, ਸਾਰਾ ਕੁਝ। ਅਗਰ ਕਾਂਗਰਸ ਇਹਨਾਂ ਦਮ ਸੀ ਤਾਂ ਉਦੋਂ ਆਪਦਾ ਕਾਂਗਰਸ ਯੂਜ਼ ਕਰਦੀ ਵਾਈ ਕੈਪਟਨ। ਦੈਟ ਮੀਨਸ ਉਹਨਾਂ ਕੋਲ ਆਪਦੇ ਕੋਈ ਦਮ ਨਹੀਂ ਸੀਗਾ। ਇੱਕ ਇੰਡੀਵਿਜੂਅਲਿਟੀ ਤੇ ਇੱਕ ਪਰਸਨੈਲਿਟੀ ਤੇ ਲੈ ਕੇ ਉਹਨਾਂ ਨੇ ਉਹ ਕੈਂਪੇਨ ਚਲਾਈ। ਪਰ ਕੈਪਟਨ ਸਾਹਿਬ ਨੇ ਵੀ 2017 ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਜਿਹੜੇ ਵਾਅਦੇ ਕੀਤੇ ਸੀਗੇ, ਦਿਲ ਤੇ ਹੱਥ ਰੱਖ ਕੇ ਦੱਸਿਓ ਵੀ ਉਹਨਾਂ ਚੋਂ ਕਿੰਨੇ ਪੂਰੇ ਹੋਏ ਨੇ। ਤੁਸੀਂ ਦੇਖੋ ਤੁਹਾਡੇ ਸਾਹਮਣੇ, ਮੈਂ ਦਿਲ ਤੇ ਹੱਥ ਰੱਖਿਆ, ਤੁਹਾਡੇ ਸਾਹਮਣੇ ਕਿ 92% ਉਹਨਾਂ ਨੇ ਆਪਦਾ ਜਿਹੜਾ ਮੈਨੀਫੈਸਟੋ ਲਾਗੂ ਕੀਤਾ ਹੈ। ਸਰ, ਇਹ ਫਿਗਰ ਤਾਂ ਦੇਖੋ ਸਾਰੇ ਮੈਂਸ਼ਨ ਕਰ ਦਿੰਦੇ ਆ ਕਿ 92% ਕੰਮ ਹੋਏ ਨੇ। ਚੈਲੰਜ ਨਹੀਂ ਕੀਤਾ ਹੁੰਦਾ। ਜੇ 92 ਅਸੀਂ ਕਹਿੰਦੇ ਆ, ਜਾਂ ਮਹਾਰਾਜ ਸਾਹਿਬ ਕਹਿੰਦੇ ਨੇ, ਜਾਂ ਸੀਐਮ ਸਾਹਿਬ ਉਹਦੇ ਐਕਸ-ਸੀਐਮ ਸਾਹਿਬ ਕਹਿੰਦੇ ਨੇ, ਕਿਸੇ ਨੇ ਉੱਠ ਕੇ ਕਿਹਾ ਕਿ 92% ਨਹੀਂ ਹੈ ਕਿ 93 ਹੈ ਜਾਂ 91 ਹੈ ਜੀ। ਕਿਵੇਂ ਟਿਕਟ ਕਿ 92 ਹੈ ਤਾਂ 92 ਹੈ, ਵਾਈ ਸ਼ੁਡ ਹੀ ਲਾਈ? ਉਹ ਤਾਂ ਸਾਰੇ ਸਾਹਮਣੇ ਹੈ, ਉਹਨਾਂ ਨੂੰ ਝੂਠ ਬੋਲਣ ਦੀ ਕੀ ਲੋੜ ਹੈ? ਐਂਡ ਮਾਰਕ ਮਾਈ ਵਰਡਸ, ਉਹ ਕਦੇ ਝੂਠ ਨਹੀਂ ਬੋਲਦੇ। ਉਹ ਜੇ ਉਹਨਾਂ ਨੇ ਕੋਈ ਨਹੀਂ ਕੰਮ ਕੀਤਾ ਉਹ ਤਾਂ ਕਹਿਣਗੇ ਕਿ ਆਈ ਕੁਡਨਟ ਡੂ ਇਟ, ਦ ਰੀਜ਼ਨ ਆਪ ਦੇ ਦੇਣਗੇ। ਐਂਡ ਜੇ ਉਹਨਾਂ ਨੇ ਕੰਮ ਕੀਤਾ, ਇਲ ਸੇ ਡੈਫੀਨਿਟਲੀ ਕਿ ਦਿਸ ਇਜ਼ ਵਾਟ ਆਈ ਹੈਵ ਡਨ ਜੀ। ਤੁਸੀਂ ਭਾਜਪਾ ਦੇ ਚੋਣ ਨਿਸ਼ਾਨ ਨਾਲ ਲੜ ਰਹੇ ਹੋ। ਜੇ ਮੈਂ ਗੱਲ ਕਰਾਂ ਪਿਛਲੇ ਕੁਝ ਸਮੇਂ ਦੀ, ਅੱਜ ਤੋਂ ਮੈਂ ਅਗਰ 6 ਮਹੀਨੇ ਪਿੱਛੇ ਚੱਲ ਜਾਵਾਂ, ਭਾਜਪਾ ਦਾ ਪੁਰਜ਼ੋਰ ਵਿਰੋਧ ਹੋਇਆ ਪੰਜਾਬ ਦੇ ਵਿੱਚ ਕਿਸਾਨੀ ਕਾਨੂੰਨ ਨੂੰ ਲੈ ਕੇ। ਕਿਸਾਨ ਜਿਹੜੇ ਨੇ ਉਹ ਲੰਬੇ ਸਮੇਂ ਜਿਹੜੇ ਦਿੱਲੀ ਦੇ ਬਰੂਹਾਂ ਤੇ ਬੈਠੇ ਰਹੇ। 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਿਆ। ਉਹਨਾਂ ਨੇ ਤਾਂ ਇੰਨੀ ਗੱਲ ਕਹਿ ਦਿੱਤੀ ਸੀ ਕਿ ਭਾਜਪਾ ਦਾ ਬੰਦਾ ਅਗਰ ਕੋਈ ਵੋਟ ਮੰਗਣ ਵੀ ਆਏਗਾ ਤਾਂ ਉਹਨੂੰ ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾਏਗਾ। ਹਾਲੇ ਵੀ ਜੇ ਕਿਤੇ ਵੋਟ ਮੰਗਣ ਜਾ ਰਹੇ ਨੇ ਭਾਜਪਾ ਦੇ ਉਮੀਦਵਾਰ ਤੇ ਉਹਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਫਿਰ ਤੁਸੀਂ ਇਸ ਨੂੰ ਕਿਸ ਤਰੀਕੇ ਦੇਖਦੇ ਹੋ? ਤੁਹਾਨੂੰ ਕੀ ਲੱਗਦਾ ਕਿ ਲੁਧਿਆਣੇ ਜਿਹੜਾ ਸਾਊਥ ਹਲਕੇ ਤੁਸੀਂ ਚੋਣਾਂ ਲੜ ਰਹੇ ਹੋ, ਉੱਥੇ ਲੋਕ ਤੁਹਾਡਾ ਕਿਸ ਤਰੀਕੇ ਸਾਥ ਦੇ ਰਹੇ ਨੇ? ਟਾਈਮ ਇਜ਼ ਦ ਬੈਸਟ ਹੀਲਰ ਜਿਹਨੂੰ ਕਹਿੰਦੇ ਆ ਜੀ। ਸਮੇਂ ਦੇ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ। ਚਾਹੇ ਉਹ ਦੁਸ਼ਮਣੀ ਹੋਵੇ, ਚਾਹੇ ਉਹ ਕੋਈ ਪ੍ਰੋਬਲਮ ਹੋਵੇ, ਬਿਮਾਰੀ ਹੋਵੇ, ਅਗਰ ਸਮਾਂ ਦਿਓ, ਸਮੇਂ ਨਾਲ ਸਭ ਠੀਕ ਹੁੰਦਾ ਜੀ। ਡੈਫੀਨਿਟਲੀ ਮੈਂ ਬੜੇ ਦੁਖੀ ਹਿਰਦੇ ਨਾਲ ਕਹਿੰਦਾ ਕਿ ਜਿਹੜੇ ਸਾਡੇ ਕੁਝ ਪਰਿਵਾਰ ਉੱਤੇ ਉਹਨਾਂ ਦੀ ਡੈਥ ਹੋ ਗਈ ਹੈ। ਮਾਈ ਕੰਡੋਲੈਂਸਸ ਟੂ ਦ ਫੈਮਿਲੀ ਜੀ। ਪਰਿਵਾਰ ਨਾਲ ਮੈਂ ਦੁੱਖ ਜ਼ਾਹਿਰ ਕਰਦਾ। ਬਟ ਠੀਕ ਹੈ, ਅੰਦੋਲਨ ਚੱਲਿਆ। ਬਟ ਪੀਐਮ ਸਾਹਿਬ ਦਾ, ਮੋਦੀ ਸਾਹਿਬ ਦੇ ਬੜੇ ਦਰਿਆ ਦਿਲੀ ਹੈ, ਬੜੀ ਗ੍ਰੇਟਨੈਸ ਹੈ ਕਿ ਉਹਨਾਂ ਨੇ ਇਸ ਜਿਹੜੇ ਮੁੱਦੇ ਨੂੰ ਬੜੇ ਮੈਚੁਰ ਤਰੀਕੇ ਨਾਲ ਸੰਭਾਲਿਆ ਜੀ। ਪਰ ਇੰਨਾ ਸਮਾਂ ਕਿਉਂ ਲੱਗ ਗਿਆ? ਰਿਪੀਲ ਵੀ ਕੀਤਾ, ਦੇਖੋ ਇਟਸ ਅ ਗ੍ਰੇਟ ਫਾਰਮ ਲਾਜ਼ ਰਿਪੀਲ ਤਾਂ ਕੀਤੇ, ਲੇਕਿਨ ਇੰਨਾ ਤੁਹਾਨੂੰ ਮੈਂ ਸਮਝਾ ਨਹੀਂ ਸਕਿਆ। ਐਂਡ ਅਪੋਲੋਜਾਈਜ਼। ਤਾਜਪੁਰੀ ਸਾਹਿਬ, ਇੰਨਾ ਸਮਾਂ ਕਿਉਂ ਲੱਗ ਗਿਆ? 1.5 ਸਾਲ ਦੇ ਕਰੀਬ ਸਮਾਂ ਲੱਗਿਆ ਹੈ। 700 ਤੋਂ ਵੱਧ ਕਿਸਾਨ ਸ਼ਹੀਦ ਵੀ ਹੋਏ ਨੇ, 1.5 ਸਾਲ ਸੜਕ ਤੇ ਰਹੇ ਵੀ ਨੇ। ਜੇ ਡਿਸੀਜਨ ਲੈਣਾ ਸੀ ਪਹਿਲਾਂ ਵੀ ਲੈ ਸਕਦੇ ਸੀ ਮੋਦੀ ਸਾਹਿਬ। ਇੱਥੇ ਮੈਂ ਸਵਾਲ ਦੀ ਦਰੁਸਤੀ ਵੀ ਕਹੂੰਗਾ, ਕੀ ਇੱਕ ਸੌਰੀ ਜੀ ਨਹੀਂ, ਇੱਕ ਇੱਥੇ ਗੱਲ ਆਉਂਦੀ ਹੈ, ਕੀ ਇੱਕ ਨਰਿੰਦਰ ਮੋਦੀ ਸਾਹਿਬ ਦੀ ਸੌਰੀ ਜਿਹੜੀ ਆ ਅਪੋਲੋਜਾਈਜੇਸ਼ਨ ਹੈ, ਕੀ ਉਹ 750 ਕਿਸਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਵਾਪਸ ਲਿਆ ਸਕਦੀ? ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਕਿ ਇਟਸ ਵੈਰੀ ਅਨਫੋਰਚੂਨੇਟ ਜੀ। ਅਨਫੋਰਚੂਨੇਟ ਤੈਨੂੰ ਬਣਾਇਆ ਗਿਆ ਕਿਉਂਕਿ ਜੇਕਰ ਜਦੋਂ ਕਿਸਾਨਾਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ, ਜੇ ਸ਼ੁਰੂਆਤੀ ਤੌਰ ਦੇ ਉੱਤੇ ਹੀ, ਸ਼ੁਰੂਆਤੀ ਸਮੇਂ ਦੇ ਉੱਤੇ ਹੀ ਲੋਕਾਂ ਦੀ ਗੱਲ ਦੇਖੋ, ਕੋਈ ਵੀ ਕਾਨੂੰਨ ਬਣਦਾ ਉਹ ਲੋਕਾਂ ਲਈ ਹੁੰਦਾ, ਲੋਕਾਂ ਦੇ ਨਾਲ ਹੁੰਦਾ, ਲੋਕਾਂ ਦੇ ਹਿੱਤ ਲਈ ਬਣਾਇਆ ਜਾਂਦਾ। ਬਟ ਜਦ ਲੋਕ ਹੀ ਕਹਿ ਰਹੇ ਸੀਗੇ ਕਿ ਸਾਡੇ ਹਿੱਤ 'ਚ ਨਹੀਂ ਹੈ, ਜਿਨ੍ਹਾਂ ਨਹੀਂ ਬਣਾਇਆ ਗਿਆ, ਕਿਸਾਨਾਂ ਲਈ ਬਣਾਇਆ ਗਿਆ, ਕਿਸਾਨ ਬਰੂਹਾਂ ਤੇ ਜਾ ਕੇ ਬਹਿ ਕੇ ਉਹ ਕਹਿੰਦੇ ਸਾਡੇ ਹਿੱਤ 'ਚ ਨਹੀਂ ਹੈ। ਐਵਰੀਥਿੰਗ ਟੇਕਸ ਇਟਸ ਟਾਈਮ। ਦੋ ਯਾਰਾਂ ਦੋਸਤਾਂ ਲੜਾਈ ਹੁੰਦੀ ਹੈ, ਤੀਜਾ ਬੰਦਾ ਇੰਟਰਵੀਨ ਕਰਦਾ ਹੈ। ਪਾਸ ਹੋਣ ਲੱਗਿਆ ਤਾਂ ਟਾਈਮ ਲੱਗੇ ਸੀ ਜੀ। ਉਹ ਦੋ ਬੰਦਿਆਂ ਨੂੰ ਸਮਝਾਉਂਦਾ ਹੈ ਕਿ ਯਾਰ ਤੂੰ ਐ ਨਾ ਕਰ, ਤੇ ਤੇਰੀ ਗੱਲ ਤੇ ਕੁਝ ਹੋ ਸਕਦੀ ਹੈ ਜੀ। ਸਮਝਾਇਆ ਗਿਆ ਦੋਹਾਂ ਧਿਰਾਂ ਤੋਂ। ਤਾਜਪੁਰੀ ਸਾਹਿਬ,
ਪਾਸ ਹੋਣ ਲੱਗਿਆ ਟਾਈਮ ਨਹੀਂ ਲੱਗਿਆ। ਉਹਨਾਂ ਨੇ ਸਰਕਾਰ ਨੂੰ ਸਮਝਾਇਆ, ਸਰਕਾਰ ਨੇ ਕਿਸਾਨਾਂ ਨੂੰ ਸਮਝਾਇਆ, ਜੀ। ਨਹੀਂ ਗੱਲ ਬਣੀ ਸਕੀ ਤੇ ਬਹੁਤ ਵਿਡਰੂ। ਕਰੋਨਾ ਸਮੇਂ ਦੇ ਵਿੱਚ ਅਸੈਂਬਲੀ ਸਪੈਸ਼ਲ ਬੁਲਾਈ ਗਈ ਜਦੋਂ ਇਹ ਰੂਲ ਪਾਸ ਕੀਤੇ ਗਏ ਸੀ, ਉਦੋਂ ਟਾਈਮ ਨਹੀਂ ਲੱਗਿਆ, ਫਿਰ ਇਹਨੂੰ ਰੱਦ ਕਰਦੇ ਇਹਨਾਂ ਸਮਾਂ ਕਿਉਂ ਲੱਗ ਗਿਆ? ਇਹ ਹੈ ਕਿ ਇੱਕ ਬੰਦਾ ਸੋਚਦਾ ਹੈ ਕਿ ਮੈਂ ਜਿਹੜੀ ਚੀਜ਼ ਕਰ ਰਿਹਾ ਸਹੀ ਹੈ, ਲੈਟ ਮੀ ਇੰਪਲੀਮੈਂਟ ਇਟ। ਜੀ ਆਪਣੀ ਇੰਪਲੀਮੈਂਟ ਦਾ ਸਿਚੁਏਸ਼ਨ ਪਹੁੰਚੇ ਨਹੀਂ, ਆਪਾਂ ਪਹਿਲਾਂ ਹੀ ਉਸ ਵਿਰੋਧ ਸਟਾਰਟ ਹੋ ਗਿਆ। ਜੀ ਠੀਕ ਹੈ ਨਾ। ਤਾਂ ਮੈਚੋਰਿਟੀ ਕੀ ਕਹਿੰਦੀ ਹੈ ਕਿ ਮੈਂ ਤੁਹਾਨੂੰ ਸਮਝਾਵਾਂ ਕਿ ਯਾਰ ਤੁਹਾਡੇ ਵਾਸਤੇ ਚੀਜ਼ ਚਾਹੀਦੀ ਹੈ, ਚੰਗੀ ਹੈ। ਦੂਜੀ ਤੇਰੇ ਕਹਿੰਦੇ ਕਿ ਨਹੀਂ ਸਾਡੇ ਵਾਸਤੇ ਨਹੀਂ ਚੰਗੀ। ਪਰ ਇਹਨਾਂ ਦਾ ਵਿਰੋਧ ਤਾਂ ਕੈਪਟਨ ਸਾਹਿਬ ਨੇ ਵੀ ਕੀਤਾ। ਕਰਕੇ ਜੇ ਨਹੀਂ ਚੀਜ਼ਾਂ ਦੋਨਾਂ ਨੇ ਵਿਡਰਾ ਕਰ ਲਿਆ। ਤਾਜਪੁਰੀ ਸਾਹਿਬ, ਇਹਦਾ ਵਿਰੋਧ ਤਾਂ ਕੈਪਟਨ ਸਾਹਿਬ ਨੇ ਵੀ ਕੀਤਾ, ਕਿਸਾਨਾਂ ਦਾ ਸਾਥ ਦਿੱਤਾ ਕੈਪਟਨ ਸਾਹਿਬ ਨੇ ਇਸ ਅੰਦੋਲਨ ਨੂੰ ਖਤਮ ਕਰਾਉਣ ਦੇ ਵਿੱਚ। ਨਹੀਂ ਗੱਲ ਇਹ ਹੈ ਕਿ ਪਹਿਲੀ ਗੱਲ ਜਦੋਂ ਕਿਸਾਨੀ ਮੁੱਦਾ ਚੱਲਿਆ, ਸਪੋਜ਼ਿੰਗ ਕੈਪਟਨ ਸਾਹਿਬ ਨਹੀਂ ਸਾਥ ਦਿੰਦੇ ਬਿਕੋਜ਼ ਉਹ ਪੰਜਾਬ ਜਿਹੜਾ ਆਪਣੀ ਹੈ ਮੇਨ ਜਿਹੜੀ ਆਪਣੀ ਪ੍ਰੋਫੈਸ਼ਨ ਹੈ ਇੱਥੇ ਐਗਰੀਕਲਚਰ। ਜੀ ਠੀਕ ਹੈ। ਆਪਾਂ ਸਾਰੇ ਕਿਸਾਨ ਨੂੰ ਘਰ ਨੂੰ ਡਾਇਰੈਕਟਲੀ ਔਰ ਇਨਡਾਇਰੈਕਟਲੀ ਬਿਲੋਂਗ ਕਰਦੇ ਹਾਂ। ਜੀ ਠੀਕ ਹੈ ਜੀ। ਉਸ ਚੀਜ਼ ਦਾ ਜੇ ਅੰਦੋਲਨ ਚੱਲਿਆ ਸੀ ਤਾਂ ਸੀਐਮ ਸਾਹਿਬ ਨੂੰ ਵੀ ਉਸ ਮੌਕੇ ਤੇ ਸੈਂਟਰ ਵੱਲੋਂ ਬੜਾ ਉਹਨਾਂ ਨੂੰ ਖਾਮਾ ਭੁਗਤਣਾ ਪਿਆ। ਜੀ ਬਟ ਉਹਨਾਂ ਨੇ ਸੋਚਿਆ ਕਿ ਠੀਕ ਹੈ ਕਿ ਜੋ ਉਹਨਾਂ ਦੇ ਮੁੱਦੇ ਨੇ ਉਹ ਠੀਕ ਨੇ, ਆਪਦਾ ਰੌਲਾ ਆਪਦਾ ਜੋ ਕਿਸਾਨ ਹੱਕ ਮੰਗ ਰਿਹਾ ਉਹ ਸਹੀ ਹੈ, ਸੋ ਹੀ ਬੈਕ ਜਦੋਂ ਮੈਂ ਉਹਨਾਂ ਜੀ ਸੁਣ ਲਓ ਮੇਰੀ ਗੱਲ। ਕਿਸਾਨ ਚੱਲਿਆ ਸਾਰਾ ਕੁਝ ਹੋਇਆ। ਠੀਕ ਹੈ। ਜਦੋਂ ਨਹੀਂ ਕਿ ਗੱਲ ਸਿਰੇ ਚੜ ਪਾਈ, ਆਪਾਂ ਕਿਸੇ ਜ਼ਰੂਰੀ ਨਹੀਂ ਕਿ ਜੋ ਮੇਰੇ ਵਾਸਤੇ ਚੰਗੀ ਹੈ ਤੁਹਾਡੇ ਵਾਸਤੇ ਹੈ। ਰੈੱਡ ਕਲਰ ਤੁਹਾਨੂੰ ਚੰਗਾ ਲੱਗਦਾ ਹੋ ਸਕਦਾ ਮੈਨੂੰ ਨਾ ਚੰਗਾ ਲੱਗਦਾ, ਮੈਨੂੰ ਬਲੂ ਚੰਗਾ ਲੱਗਦਾ ਨਾ ਚੰਗਾ ਲੱਗਦਾ ਹੋਵੇ, ਪਰ ਦੁਨੀਆ ਸਾਰੇ ਰੰਗ ਵਿਕਦੇ ਨੇ। ਇਹ ਤਾਂ ਹੈ ਨਹੀਂ ਕਿ ਤੁਹਾਨੂੰ ਚੰਗਾ ਲੱਗਦਾ ਰੈੱਡ ਤਾਂ ਰੈੱਡ ਹੀ ਚੱਲੂਗਾ। ਨਹੀਂ, ਇੱਥੇ ਆ ਕੇ ਇੱਕ ਸਵਾਲ ਇਹ ਆਂਦਾ, ਵਿਰੋਧੀ ਇਹ ਕਹਿੰਦੇ ਨੇ ਕਿ ਕੈਪਟਨ ਸਾਹਿਬ ਨੇ ਪੰਜਾਬ ਦਾ ਸਾਥ ਨਹੀਂ ਦਿੱਤਾ, ਝੂਠੀਆਂ ਸੌਹਾਂ ਖਾਧੀਆਂ, ਨੌਕਰੀਆਂ ਨਹੀਂ ਮਿਲੀਆਂ, ਨਸ਼ੇ ਦਾ ਲੱਕ ਨਹੀਂ ਤੋੜਿਆ ਗਿਆ। ਜੇਕਰ ਗੱਲ ਕੀਤੀ ਜਾਵੇ ਕੈਪਟਨ ਸਾਹਿਬ ਦੇ ਉੱਤੇ ਇਹ ਵੀ ਵਿਰੋਧੀ ਤੰਜ ਕੱਸਦੇ ਨਜ਼ਰ ਆਉਂਦੇ ਨੇ ਕਿ ਜਿੱਥੇ ਪਹਿਲੇ ਵਿਰੋਧ ਕੀਤਾ ਜਾਂਦਾ ਸੀ ਭਾਜਪਾ ਦਾ, ਫਿਰ ਉਸੇ ਨਾਲ ਹੀ ਹੱਥ ਮਿਲਾ ਲਿਆ, ਫਿਰ ਕਿਸਾਨਾਂ ਦੇ ਹਿਮਾਇਤੀ ਕਿਵੇਂ ਹੋਏ? ਗੱਲ ਇਹ ਹੈ ਜੀ, ਨੌਕਰੀਆਂ ਦੀ ਗੱਲ ਕੀਤੀ, ਨੌਕਰੀਆਂ ਜਿੰਨੀਆਂ ਆਪਾਂ ਦੇ ਸਕਦੇ। ਇੱਕ ਤਾਂ ਸਭ ਤੋਂ ਵੱਡੀ ਗਲਤਫਹਿਮੀ ਲੋਕਾਂ ਨੂੰ ਇਹ ਹੈ ਨਾ ਕਿ ਨੌਕਰੀ ਮੀਨਸ ਸਰਕਾਰੀ ਨੌਕਰੀ। ਜੀ ਤੁਸੀਂ ਕਿਸੇ ਬੰਦੇ ਨੂੰ ਪੁੱਛੋ 90% ਪੀਪਲ ਵਿਲ ਸੇ ਕਿ ਸਰਕਾਰੀ ਨੌਕਰੀ। ਆਈ ਡੋਨਟ ਨੋ ਕਿ ਨਹੀਂ, ਇਹ ਕੈਪਟਨ ਸਾਹਿਬ ਨੇ ਕਿਹਾ ਸੀ ਹਰ ਘਰ ਨੌਕਰੀ, ਪਰ ਪ੍ਰਾਈਵੇਟ ਨੌਕਰੀ ਨਹੀਂ ਲਿਖਿਆ ਨਾ ਕੈਪਟਨ ਸਾਹਿਬ ਹੋਰਾਂ ਨੇ। ਸਰਕਾਰੀ ਲਿਖਿਆ ਜੀ, ਸਰਕਾਰੀ ਲਿਖਿਆ, ਪ੍ਰਾਈਵੇਟ ਵੀ ਨਹੀਂ ਲਿਖਿਆ, ਸਰਕਾਰੀ ਲਿਖਿਆ, ਪ੍ਰਾਈਵੇਟ ਵੀ ਨਹੀਂ ਲਿਖਿਆ, ਸਰਕਾਰੀ ਲਿਖਿਆ ਜੀ। ਮੈਂ ਉਹੀ ਦੱਸ ਮੈਂ ਤੁਹਾਨੂੰ ਸਰਕਾਰੀ। ਚਲੋ, ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲਿਆ ਉਹਨਾਂ ਨੂੰ 2500 ਰੁਪਏ ਭੱਤਾ ਮਿਲਿਆ। ਮੇਰੀ ਗੱਲ ਸੁਣੋ ਤਾਜਪੁਰੀ ਸਾਹਿਬ, ਸਰਕਾਰੀ ਲਿਖਿਆ। ਹੁਣ ਐਮਏ ਪਾਸ ਬੱਚੇ ਨੂੰ ਜੇ 5000 7000 ਦੀ ਨੌਕਰੀ ਮਿਲਦੀ ਹੈ, ਉਹ ਕਰਦਾ ਉਹਨੂੰ ਸ਼ੋਭਾ ਦਿੰਦੀ ਹੈ 5-7000 ਦੀ ਨੌਕਰੀ ਕਿੱਥੋਂ ਕਰ ਸਕਦਾ? ਮਤਲਬ ਇਹੋ ਜਿਹੀਆਂ ਨੌਕਰੀਆਂ ਨੂੰ ਤਾਂ ਜੀ ਕਿ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ ਉਹਦਾ ਟੋਟਲ ਓਵਰਆਲ ਹੋਣ ਵਾਲਾ ਹੈ। ਜੀ ਇਟ ਇਜ਼ ਵੈਰੀ ਅਨਫੋਰਚੂਨੇਟ ਕਿ ਆਪਣੇ ਬੱਚੇ ਉਹ ਪੜ੍ਹਾਈਆਂ ਕਰਦੇ ਨੇ ਜਿਨ੍ਹਾਂ ਦੀ ਗਾਂ ਜਾ ਕੇ ਕੋਈ ਚੀਜ਼ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਜੀ ਐਗਰੀ। ਗਵਰਨਮੈਂਟ ਨੀਡਸ ਟੂ ਮੇਕ ਅ ਪਾਲਿਸੀ ਜੀ ਜਿਹੜੀ ਬੱਚਾ ਪੜ੍ਹਾਈ ਕਰਦਾ ਹੈ ਉਹਦੇ ਅੱਗੇ ਜਾ ਕੇ ਉਹਨੂੰ ਉਹਦਾ ਬੈਨੀਫਿਟ ਮਿਲੇ। ਜੀ ਫੋਰ ਐਗਜ਼ਾਮਪਲ ਤੁਸੀਂ ਕਹਿੰਦੇ ਐਮਏ ਕੀਤੇ, 2 ਐਮਏ ਕੀਤੇ, 3 ਕੀਤੇ। ਜੀ ਮੈਂ ਵੀ ਐਮਏ ਦੀ ਡਿਗਰੀ ਇੱਕ ਇੱਧਰ ਪੰਜਾਬੀ ਪਾ ਲਾਂ, ਇੱਧਰ ਹਿਸਟਰੀ ਪਾ ਲਾਂ, ਉੱਧਰ ਤੀਜੀ ਪਾ ਲਾਂ। ਉਹ ਜਿਹੜੀ ਐਮਏ ਦੀ ਡਿਗਰੀ ਹੈ ਮੈਨੂੰ ਕੁਝ ਹੋਰ ਸੋਚਣ ਨਹੀਂ ਦਿੰਦੀ। ਅਗਲਾ ਮੈਂ 3 ਐਮਏ ਕੀਤੀ ਹੈ, ਮੇਰੀ ਤਨਖਾਹ ਇੰਨੀ ਹੋਣੀ ਚਾਹੀਦੀ ਹੈ। ਫਿਊਚਰ ਹੀ ਨਹੀਂ ਪਲਾਨ ਹੁੰਦਾ ਕਿ 4-4 ਕਸ਼ਤੀਆਂ 'ਚ ਪੈਰ ਰੱਖਦੇ ਨੇ। ਐਗਰੀ ਹੈ ਜੀ, ਐਗਜ਼ੈਕਟਲੀ। ਆਪਾਂ ਇਥੋਂ ਦਿੱਲੀ ਜਾਂਦੇ ਆ, ਆਪਾਂ ਕਹਿੰਦੇ ਯਾਰ ਸਵੇਰੇ 6 ਵਜੇ ਚੱਲੇ ਕਿ ਬ੍ਰੇਕਫਾਸਟ ਸੰਭਾਲੇ ਕਰਾਂਗੇ, ਲੰਚ ਮੇ ਵੀ ਸਮਵੇ ਕਰ ਲੇਗਾ। ਦਿਸ ਇਜ਼ ਪਲੈਨਿੰਗ ਇਨ ਲਾਈਫ ਟਰੈਵਲ। तो सेम वे ਤੁਸੀਂ ਜ਼ਿੰਦਗੀ ਚੱਲਦੇ ਹੋ, ਜ਼ਿੰਦਗੀ ਇੱਕ ਜਰਨੀ ਹੈ, ਯੂ ਪਲਾਨ। ਭੱਤਾ ਵੀ ਨਹੀਂ ਮਿਲਿਆ, ਜਿਹੜਾ ਬੇਰੋਜ਼ਗਾਰੀ ਭੱਤਾ ਹੈ, ਲੋਕ ਕਹਿੰਦੇ ਉਹਨਾਂ ਨੂੰ ਭੱਤਾ ਵੀ ਨਹੀਂ ਮਿਲਿਆ, ਕੋਈ 2500 ਰੁਪਏ ਭੱਤਾ ਦੇਣ ਦੀ ਵੀ ਗੱਲ ਕੀਤੀ ਗਈ ਸੀ। No, differently, I think सारी स्कीम्स हुई हैं। Maybe किसी phones का कौन लगी, अली सर की phones हैं। We tried नशे। फोन नहीं पत्ते, बेरोजगारी पत्ते ਦੀ ਗੱਲ ਹੋ ਰਹੀ ਹੈ। ਜਿਵੇਂ ਨਸ਼ੇ ਤੋਂ ਪਹਿਲਾਂ ਚੱਲੇ ਸੀਗੇ, ਨਸ਼ੇ ਜਿਹੜੇ ਕੇਸ ਇਹਨੇ 30 40 35,000 ਕੇਸਸ ਦਰਜ ਹੋਏ ਨੇ। ਜੇ ਆਪਾਂ ਤੁਰੇ ਆ ਉਸ ਪਾਸੇ ਨੂੰ ਤਾਂ ਕੁਛ ਕੀਤਾ ਜੇ ਆਪਦੇ ਹੁਣ ਕਿੰਨੇ ਕਰ ਲਏ ਚੰਨੀ ਸਾਹਿਬ ਨੇ 3 ਮਹੀਨੇ ਕਿੰਨੇ ਕਰ ਲਏ, ਇਹ ਦੱਸ ਦੇਣ ਕਿ ਕਿੰਨੇ ਕੀਤੇ। ਚੰਨੀ ਸਾਹਿਬ ਕਹਿੰਦੇ ਮੈਨੇ 111 ਕੰਮ ਦਿਨਾਂ ਦੇ ਵਿੱਚ 100 ਤੋਂ ਉੱਪਰ ਕੰਮ ਕੀਤੇ ਨੇ। ਜਿਹੜਾ ਕੰਮ ਹੈ ਜਿਵੇਂ ਮਹਾਰਾਜ ਨੇ ਪਹਿਲਾਂ ਵੀ ਕਿਹਾ ਕਿ ਇੱਕ ਚੀਜ਼ ਹੁੰਦੀ ਹੈ ਪਲੈਨਿੰਗ, then there's implementation. The whole process takes about 8 to 9 months to 1 year. ਜੀ ਚੰਨੀ ਸਾਹਿਬ ਨੇ 1.5 ਮਹੀਨੇ ਦਾ ਕੀ ਕਰਤਾ? ਇੱਕ ਪ੍ਰੋਸੀਜਰ ਹੁੰਦਾ ਹੈ, ਤੁਸੀਂ ਫੰਡਸ ਦੇਖਣਾ, ਪਲਾਨ ਬਣਾਉਣਾ ਪਹਿਲਾਂ ਕਿ ਤੁਹਾਡੇ ਸਟੇਟ ਵਾਸਤੇ ਕੀ ਚੰਗਾ ਕੀ ਨਹੀਂ ਚੰਗਾ, ਉਹਨੂੰ ਇੰਪਲੀਮੈਂਟੇਸ਼ਨ ਕਿਵੇਂ ਕਰਨੀ ਹੈ। ਦੈਨ ਫਰਦਰ ਉਹ ਚੀਜ਼ਾਂ ਪਾਸ ਹੁੰਦੀਆਂ ਨੇ, ਉਹਦਾ ਫੰਡਸ ਆਉਂਦੇ ਨੇ। ਮੈਨੂੰ ਨਹੀਂ ਲੱਗਦਾ ਕਿ 100 ਦਿਨਾਂ ਤੁਸੀਂ ਆਪਦਾ ਪਲਾਨ ਕਰੋਗੇ, ਉਹਦੀ ਇੰਪਲੀਮੈਂਟੇਸ਼ਨ ਸਕੀਮ ਵੀ ਕਰ ਲੋਗੇ, ਰੁਪਈਏ ਵੀ ਆਰਗੇਨਾਈਜ਼ ਕਰ ਲਓਗੇ। ਤੁਹਾਡਾ ਖਜ਼ਾਨਾ ਮੰਤਰੀ ਦਾ ਕਹਿੰਦਾ ਕਿ ਮੈਂ ਤਾਂ ਪੈਸੇ ਨਹੀਂ ਮੇਰੇ ਕੋਲੇ। 4.5 ਸਾਲ ਤੋਂ ਇਹੀ ਰੌਲਾ ਪਾਈ ਗਿਆ ਕਿ ਖਜ਼ਾਨਾ ਮੇਰੇ ਖਾਲੀ ਹੈ। ਚੰਨੀ ਸਾਹਿਬ ਦੇ ਆਂਦੇ ਉਹਨਾਂ ਨੇ ਇੱਕ ਵਾਰ ਨਹੀਂ ਕਿਹਾ, ਉਸ ਤੋਂ ਬਾਅਦ ਕਦੀ ਵੀ ਸਾਡਾ ਖਜ਼ਾਨਾ ਖਾਲੀ। ਉਹ ਨਹੀਂ, ਹੁਣ ਇਹ ਤਾਂ ਦੇਖਣ ਨਾ, ਚੰਨੀ ਤੇ ਮਨਪ੍ਰੀਤ ਦੇਖਣ। ਨਹੀਂ, ਉਹ ਕਹਿੰਦੇ ਨੇ ਕਿ ਜਦੋਂ ਟਰਾਂਸਪੋਰਟ ਦੇ ਉੱਤੇ ਬੱਸਾਂ ਨੂੰ ਰੋਕਿਆ ਗਿਆ ਉੱਥੋਂ ਵੀ ਫਾਈਨ ਆਇਆ, ਹੋਰ ਪਾਸੇ ਖਜ਼ਾਨਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਸੋਚ ਹੈ, ਇੱਕ ਘਰ ਜਿਹੜਾ ਬੰਦਾ ਚੰਗਾ ਮੁਖੀ ਹੈ ਉਹ ਆਪਦੇ ਘਰ ਨੂੰ ਕਰਜ਼ੇ 'ਚ ਡੁੱਬਣ ਦਿੰਦਾ। ਠੀਕ ਹੈ। ਇਹ ਕਿਹੜਾ ਕਮਲਾ ਘਰ ਦਾ ਮੁਖੀ ਹੋਵੇ ਉਹ ਚੰਗੇ ਭਲੇ ਘਰ ਨੂੰ ਕਰਜ਼ੇ 'ਚ ਪਾ ਦਿੰਦਾ ਹੈ। ਮਹਾਰਾਜ ਸਾਹਿਬ ਦੀ ਇਹ ਸੋਚ ਸੀ ਕਿ ਮੈਂ ਆਪਦੇ ਰਿਸੋਰਸਿਸ ਨੂੰ ਲੈ ਕੇ ਪੰਜਾਬ ਤੇ ਕਰਜ਼ਾ ਨਹੀਂ ਚੜ੍ਹਨ ਦੇਣਾ। ਮੈਂ ਕਿ ਮੈਂ ਉਹ 'ਚੋਂ ਕੀ ਕਰਾਂ, ਜੇ ਮੈਂ 2 ਰੋਟੀਆਂ ਖਾਣੀਆਂ ਮੈਂ 1 ਰੋਟੀ ਖਾ ਲੂੰ, ਖਾਂਦਾ ਵੀ ਰਹੂੰਗਾ,
ਜਿੰਦਾ ਵੀ ਰਹੂੰਗਾ ਮੇਰੇ ਤੇ ਕਰਜ਼ਾ ਵੀ ਚੜੂਗਾ। ਕਿਉਂਕਿ ਪੈਟਰੋਲ ਦੇ ਰੇਟ ਇਹ ਤਾਂ ਆਪਾਂ ਜੋ ਇੱਕ ਮਰਜ਼ੀ ਬਹੁਤ ਕਰ ਵੱਡਾ ਲਓ। ਮੁੱਦਾ ਸੀ ਸਰ, ਜਦੋਂ ਬਹੁਤ ਵੱਡਾ ਇੱਕ ਮੁੱਦਾ ਬਣਿਆ ਤਾਜਪੁਰੀ ਸਾਹਿਬ, ਪੈਟਰੋਲ ਦੇ ਰੇਟ ਨੂੰ ਲੈ ਕੇ ਅਕਸਰ ਕੈਪਟਨ ਸਾਹਿਬ ਦੇ ਵਿਰੋਧੀ ਇਹ ਗੱਲ ਕਹਿੰਦੇ ਸੀ ਕਿ ਤੁਸੀਂ ਆਪਣਾ ਸਟੇਟ ਦਾ ਸ਼ੇਅਰ ਘਟਾ ਦਿਓ, ਜੋ ਕਿ ਚੰਨੀ ਸਾਹਿਬ ਨੇ ਵੀ ਕੀਤਾ। ਨਹੀਂ 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 ਨਾ ਨਾ ਗਲਤ ਨਹੀਂ। ਚੰਨੀ ਸਾਹਿਬ ਨੇ ਉਦੋਂ ਕੀਤਾ ਜਦੋਂ ਸੈਂਟਰ ਨੇ ਉਹਦਾ ਘਟਾਇਆ। ਸੇਮ ਬੈਨੀਫਿਟ ਸੈਂਟਰ ਤੋਂ ਚੰਨੀ ਸਾਹਿਬ ਨੇ ਪਾਸ ਕਰਤੇ। ਮੈਂ ਤਾਂ ਮੰਨਦਾ ਜੇ ਸੈਂਟਰ 20 ਘਟਾਉਂਦਾ ਉਹ 50 ਘਟਾਉਂਦਾ। ਸੋ ਲੈਟਸ ਨਾਟ ਮੇਕ ਅ ਫੂਲ ਕਿ ਜੇ ਮੈਂ ਤੁਹਾਤੋਂ ਕੋਈ ਚੀਜ਼ ਲੈ ਕੇ ਅਦਰ ਪਾਸ ਕਰਦਾ ਉਹ ਮੇਰੀ ਜੇਬੇ ਨਹੀਂ ਗਈ, ਮੈਂ ਐ ਫੜੀ ਤੇ ਉਧਰ ਗਈ। 3 ਰੁਪਏ ਬਿਜਲੀ ਵੀ ਸਸਤੀ ਕਰ ਦਿੱਤੀ। ਬਿਜਲੀ ਦਾ ਮੈਟਰ ਵਾਸ ਅੰਡਰ ਕੰਸੀਡਰੇਸ਼ਨ। ਕਿਉਂਕਿ ਕੈਪਟਨ ਸਾਹਿਬ ਦੇ ਟਾਈਮ ਤੇ ਵੀ ਉਹ ਸਮਝੌਤੇ ਖਾਰਿਜ ਕੀਤੇ ਜਾ ਸਕਦੇ ਸੀ। ਜਿਹੜੇ ਪੀਪੀਏ ਖਤਮ ਹੋ ਰਹੇ ਸੀ ਕੁਛ ਇੱਕ ਦੋ ਕਰਕੇ, ਜਾਂ ਤੁਹਾਨੂੰ ਸੀ ਦੇਖੋ ਇੱਕ ਟਨਲ ਹੁੰਦਾ ਹੈ, ਉਹ 'ਚ ਬਿਜਲੀ ਕਿੰਨੀ ਆਪਾਂ ਆ ਸਕਦੇ ਕਿੰਨਾ ਲੈ ਸਕਦੇ ਹਾਂ, ਠੀਕ ਹੈ ਨਾ ਜੀ। ਉਸ ਤੋਂ ਆਊਟਗੋਇੰਗ ਇਨਗੋਇੰਗ ਹੁੰਦੀ ਹੈ ਸਾਰਾ ਬਿਜਲੀ ਸਟਰਕਚਰ। ਹੁਣ ਜਦੋਂ ਆਪਣੇ ਕੋਲੇ ਵਿੰਡੋ ਮਿਲ ਗਈ, ਖੁੱਲ ਗਈ ਆਪਣਾ, ਜਿਹੜੇ ਦੋ ਪੀਪੀਏ ਸਾਡੇ ਕੋਲ ਹੋ ਗਏ, ਚਾਹੇ ਉਹ ਆਪਣੇ ਕੋਲ ਇੱਕ ਵਿੰਡੋ ਮਿਲ ਗਈ એનર્ਜੀ ਲੈਣ ਵਾਸਤੇ, ਤੁਸੀਂ ਉਹ ਨੈਗੋਸ਼ੀਏਟ ਕਰ ਸਕਦੇ ਹੋ ਕਿ ਮੈਂ ਜਿਹੜੀ ਇਨਕਮਿੰਗ એનર્ਜੀ ਲੈਣੀ ਹੈ ਉਹ ਕਿਸ ਰੇਟ ਤੇ ਲੈਣੀ ਹੈ। ਸੋ ਯੂ ਕੈਨ ਹੈਵ ਅ ਬੈਨੀਫਿਟ। ਜੇ ਅੱਜ ਇੱਕ ਚੀਜ਼ ਮੈਂ ਆਲਰੇਡੀ ਕੰਟਰੈਕਟ ਹਾਇਰ ਰੇਟ ਤੇ ਕੀਤਾ ਹੈ ਤੇ ਉਹ ਸੇਮ ਚੀਜ਼ ਮੈਨੂੰ ਸਸਤੇ ਤੇ ਮਿਲਦੀ ਹੈ, ਉਹ ਡੈਫੀਨਿਟਲੀ ਬੈਨੀਫਿਟ ਤਾਂ ਉਹਨੇ ਹੀ ਹੋਣਾ ਮੈਨੂੰ। ਸੇਮ ਵੇ ਉਹਨੇ ਕੀਤਾ, ਉਹਨੇ ਕੋਈ ਜਾਦੂ ਨਹੀਂ ਕੀਤਾ, ਬਟ ਉਹ ਟਾਈਮਿੰਗ ਗੱਲ ਹੋ ਗਈ। ਮਹਾਰਾਜ ਸਾਹਿਬ 6 ਮਹੀਨੇ ਹੋਰ ਰਹਿ ਜਾਂਦੇ, ਸਾਰਾ ਕੁਝ ਮਹਾਰਾਜ ਸਾਹਿਬ ਦੇ ਆ ਜਾਣਾ ਸੀਗਾ। ਇਟਸ ਅਨਫੋਰਚੂਨੇਟਲੀ ਕਿ ਸਾਰਾ ਕੋਈ ਪਲਾਨ ਕੀਤਾ, ਪੱਕੀ ਪਕਾਈ ਰੋਟੀ ਜੋ ਤਵੇ ਤੋਂ ਲਾਉਣੀ ਸੀਗੀ ਉਹ ਚੰਨੀ ਦੀ ਪਲੇਟ ਪੈ ਗਈ, ਮਹਾਰਾਜ ਸਾਹਿਬ ਦੇ ਉੱਥੋਂ ਪਲੇਟ ਖਿਸਕ ਗਈ, ਉਹ ਚੰਨੀ ਦੀ ਪਲੇਟ। ਕਿਹਨੂੰ ਜ਼ਿੰਮੇਵਾਰ ਕਿਹਨੂੰ ਠਹਿਰਾਉਂਦੇ ਹੋ ਪਲੇਟ ਖਿਸਕਣ ਦਾ ਮਹਾਰਾਜਾ ਸਾਹਿਬ ਦੀ? ਜਿਨ੍ਹਾਂ ਨੇ ਹਾਈ ਕਮਾਂਡਰ ਕੰਨ ਭਰੇ ਨੇ। ਅੱਜ ਕਾਂਗਰਸ ਉਹ ਸਿਚੁਏਸ਼ਨ 'ਚ ਨਾ ਹੁੰਦੀ, ਨਵਜੋਤ ਸਿੰਘ ਸਿੱਧੂ ਟੌਪ ਐਂਡ ਆਲ, ਤੁਹਾਨੂੰ ਲੱਗਦਾ ਕਿ ਅੱਜ ਬਣ ਗਿਆ ਸੀਐਮ। ਕੰਨ ਭਰਨ ਦੇ ਨਾਲ ਅੱਜ ਤਾਂ ਸੀਐਮ ਚਿਹਰਾ ਹੋ ਗਿਆ। ਕਾਂਗਰਸ ਦੇ 3 ਚਿਹਰੇ ਲਾਏ ਹੋਏ ਨੇ ਸੀਐਮ ਦੇ, ਇੱਕ ਹੋਰ 4-5 ਹੋਰ ਲਾ ਦਿਓ, ਤੁਹਾਨੂੰ ਕੌਨਫੀਡੈਂਸ ਹੀ ਹੈ ਨਹੀਂ। ਤੁਸੀਂ ਸਮਝਦੇ ਹੋ ਕਿ 3 ਚਿਹਰੇ ਤੁਸੀਂ ਦਿਖਾਓਗੇ ਕਿ ਅਸੀਂ ਜੱਟਾਂ ਦੀ ਵੋਟ ਵੀ ਲੈ ਲਈਏ, ਹਿੰਦੂ ਵੋਟ ਵੀ ਲੈ ਲਈਏ, ਦਲਿਤ ਵੀ ਲੈ ਲਈਏ, ਤਾਂ ਉਹ ਜੱਟਾਂ 'ਚ ਵੀ ਕਈ ਨੇ ਉਹ ਵੀ ਚਿਹਰੇ ਲਾਓ, ਦਲਿਤ ਵੀ ਕਈ ਚਿਹਰੇ ਨੇ ਉਹ ਵੀ ਲਾਓ। ਤਾਜਪੁਰੀ ਸਾਹਿਬ ਤੁਹਾਡੇ ਹਲਕੇ ਦੀ ਗੱਲ ਕਰਦੇ ਆ। ਕੈਪਟਨ ਸਾਹਿਬ ਦੀ ਪਾਰਟੀ ਹੈ ਜਿਹੜੀ ਪੰਜਾਬ ਲੋਕ ਕਾਂਗਰਸ, ਉਹਦਾ ਚੋਣ ਸਿੰਬਲ ਰਜਿਸਟਰਡ ਹੈ ਖਿੱਦੋ ਕੁੰਡੀ, ਪਰ ਤੁਸੀਂ ਬੀਜੇਪੀ ਦਾ ਪਰਨਾ ਪਾਇਆ ਤੇ ਬੀਜੇਪੀ ਦੇ ਸਿੰਬਲ ਤੇ ਚੋਣ ਲੜ ਰਹੇ ਹੋ, ਕੀ ਕਰਨਾ ਹੈ? ਗੱਲ ਇਹ ਹੈ ਜੀ ਕਿ ਜਦੋਂ ਆਪਾਂ ਪਹਿਲੇ ਦਿਨ ਬਹਿ ਕੇ ਡਿਸਾਈਡ ਕੀਤਾ ਸੀਗਾ ਤਿੰਨਾਂ ਪਾਰਟੀਆਂ ਨੇ, ਪੰਜਾਬ ਲੋਕ ਕਾਂਗਰਸ, ਬੀਜੇਪੀ ਤੇ ਢੀਂਡਸਾ ਸਾਹਿਬ ਦੀ ਪਾਰਟੀ ਨੇ, ਵਿਨੇਬਿਲਿਟੀ ਇਕੱਲਾ ਕ੍ਰਾਈਟੇਰੀਆ ਸੀਗਾ ਕਿ ਵਿਨੇਬਿਲਿਟੀ ਜਿਹੜਾ ਕੈਂਡੀਡੇਟ ਵਿਨੂਗਾ ਤੇ ਜਿਹੜਾ ਸਿੰਬਲ ਜਿੱਥੇ ਵਿਨਿੰਗ ਹੋਏਗਾ ਉਹ ਆਪਾਂ ਕਰਨਾ ਚਾਹੀਦਾ। ਐਂਡ ਇਟ ਵਾਸ ਡਿਸਾਈਡਡ ਕਿ ਅਰਬਨ ਮੋਸਟ ਆਫ ਦੀ ਅਰਬਨ ਸੀਟਸ ਜਿਹੜੀਆਂ ਨੇ ਉੱਥੇ ਕਮਲ ਦੇ ਲੋਟਸ ਤੇ ਕਮਲ ਦੇ ਫੁੱਲ ਤੇ ਅਸੀਂ ਚੋਣ ਲੜਾਂਗੇ, ਕੁਝ ਵੀ ਹੈ, ਠੀਕ ਹੈ। ਸੋ ਉਸ ਤਰੀਕੇ ਨਾਲ ਜਿਹੜਾ ਹੈਗਾ ਕਿ ਉਹ ਹੋਇਆ। ਇਟ ਇਜ਼ ਨਾਟ ਕਿ ਸਿੰਬਲ ਮੈਂ ਚੇਂਜ ਕਰ ਲਿਆ ਕਿ ਮੈਨੂੰ ਪਹਿਲਾਂ ਹੋ ਗਿਆ ਸੀਗਾ। ਪੰਜਾਬ ਲੋਕ ਕਾਂਗਰਸ ਦੇ ਜਿਹੜੇ ਕੋਟੇ 'ਚ ਸੀਟ ਆਈ ਸੀ ਉਸ ਤੋਂ ਮੈਂ ਆਇਆ। ਸੋ ਡੈਫੀਨਿਟਲੀ ਮੈਂ ਪੰਜਾਬ ਲੋਕ ਕਾਂਗਰਸ ਦਾ ਕਰਕੇ ਡੈਫੀਨਿਟਲੀ ਹਾਕੀ ਬਾਲ ਉਹਦਾ ਸਿੰਬਲ ਸੀਗਾ। ਬਟ ਜਦੋਂ ਡਿਸਾਈਡ ਸਾਰਾ ਕੁਝ ਹੈ ਕਿ ਅਰਬਨ ਸੀਟਸ ਹੈ, ਸੋ ਹੋ ਗਿਆ, ਦਿਸ ਨੋ ਡਿਸਪਿਊਟ। ਦੋ ਵੀ ਆਰ ਆਲ ਬ੍ਰਦਰਸ, ਕੋਈ ਵੱਡਾ ਕੋਈ ਛੋਟਾ, ਇੱਕ ਘਰ 'ਚ ਆਪਾਂ ਹੈਗੇ ਆ, 3 ਭਰਾ ਨੇ। ਸੋ ਅਗਲਾ ਕਹਿੰਦਾ ਯਾਰ ਤੂੰ ਖੇਤੀ ਕਰ ਲੈ, ਤੂੰ ਤਕੜਾ ਹੈ, ਉਹ ਅਗਲਾ ਕਹਿੰਦਾ ਯਾਰ ਤੂੰ ਬਿਜ਼ਨਸ ਕਰ ਲੈ, ਤੇ ਕੋਈ ਦਿਮਾਗ ਹੈ। ਮੇਰਾ ਐਟੀਟਿਊਡ ਨਹੀਂ ਹੈ, ਮੈਂ ਬਿਜ਼ਨਸ ਕਰਦਾ। ਸੋ ਇਟਸ ਸਿੰਪਲ ਹੈ, ਕੋਈ ਬੜੀ ਲੌਜਿਕ ਨਹੀਂ। ਹੁਣ ਸੁਰਿੰਦਰ ਸ਼ਰਮਾ ਤੁਹਾਡੇ ਹੀ ਸਾਹਮਣੇ ਆਜ਼ਾਦ ਲੜ ਰਹੇ ਨੇ, ਉਹਨੂੰ ਕਿੱਦਾਂ ਦੇਖਦੇ ਹੋ? ਸੇ ਗੱਲ ਇਹ ਹੈ ਕਿ ਜਿਹੜਾ ਸਾਡਾ ਭਰਾ ਸਾਡਾ ਨਾਰਾਜ਼ ਹੈ, ਡੈਫੀਨਿਟਲੀ ਉਹਨਾਂ ਨੇ ਪਾਰਟੀ ਦੀ ਬਹੁਤ ਸੇਵਾ ਕੀਤੀ ਹੈ, ਕਈ ਸਾਲ ਲਾਏ ਨੇ ਉਹਨਾਂ ਨੇ ਪਾਰਟੀ ਸੇਵਾ ਕਰ। ਮੈਂ ਐਗਰੀ ਕਰਦਾ, ਮੈਂ ਉਹਨਾਂ ਨੂੰ ਡਿਨਾਈ ਇੱਕਦਮ ਨਹੀਂ ਕਰਦਾ ਡਿਨਾਈ। ਬਟ ਬੇਬੀ ਜੇ ਬੀਜੇਪੀ ਦੇ ਕੋਟੇ 'ਚ ਸੀਟ ਆਉਂਦੀ, ਹੀ ਵਾਸ ਦ ਬੈਸਟ ਕੈਂਡੀਡੇਟ, ਸਭ ਤੋਂ ਵਧੀਆ ਕੈਂਡੀਡੇਟ ਉਹ ਹੁੰਦੇ। ਫੋਰਚੂਨੇਟਲੀ ਫॉर ਮੀ, ਅਨਫੋਰਚੂਨੇਟਲੀ ਫॉर ਹਿਮ, ਕਿ ਜਦੋਂ ਅਲਾਈਅੰਸ ਹੋਈ ਹੈ ਇਹ ਸੀਟ ਪੰਜਾਬ ਲੋਕ ਕਾਂਗਰਸ ਦੀ ਝੋਲੀ ਪੈ ਗਈ। ਅਮੰਗਸ ਦੈਮ ਜਿਹੜੇ ਇੱਥੇ ਕੈਂਡੀਡੇਟ ਹੋ ਸਕਦੇ ਸੀਗੇ ਉਹਨਾਂ 'ਚੋਂ ਮੈਂ ਚੁਣਿਆ ਗਿਆ। ਉਹਦਾ ਵੀ ਰੀਜ਼ਨ ਇਹ ਹੈ, ਮੇਰੇ ਫਾਦਰ ਸਾਹਿਬ ਪਹਿਲਾਂ ਵਜ਼ੀਰ ਰਹੇ ਨੇ ਫਰੋਮ 85 to 87। ਉਸ ਮੌਕੇ ਉਹ ਲੁਧਿਆਣਾ ਦਿਹਾਤੀ ਸੀਟ ਨੂੰ ਰਿਪਰੈਜ਼ੈਂਟ ਕਰਦੇ ਸੀਗੇ। ਲੁਧਿਆਣਾ ਦਿਹਾਤੀ ਸਕੀਮ ਸਾਰੇ ਲੁਧਿਆਣੇ ਦੇ ਸਰਕਮਫਰੈਂਸ 'ਚ ਹੁੰਦੀ ਸੀਗੀ, 4.25 ਲੱਖ ਵੋਟ ਸੀ ਉਸ ਟਾਈਮ। ਜਿਹੜਾ ਲੁਧਿਆਣਾ ਸਾਊਥ, ਲੁਧਿਆਣਾ ਈਸਟ 100% ਉਹ ਸੀਟ 'ਚੋਂ ਬਣੇ ਨੇ। ਅਸੀਂ ਉਦੋਂ ਵੀ ਮਿਹਨਤ ਕੀਤੀ, ਸਾਡੇ ਉਦੋਂ ਵੀ ਬੰਦੇ ਹਜੇ ਵੀ ਇੱਥੇ ਇਸ ਕੌਂਸਟੀਟਿਊਂਸੀ ਰਹਿੰਦੇ ਨੇ, ਸਾਰਾ ਕੁਛ ਹੈ। ਸੋ ਮੈਂ ਲੜ ਪਹਿਲੀ ਵਾਰ ਰਿਹਾ, ਬਟ ਆਈ ਐਮ ਨੋਟ ਨਿਊ ਟੂ ਦ ਕੌਂਸਟੀਟਿਊਂਸੀ। ਜੇ ਤੁਸੀਂ ਮੈਨੂੰ ਕਹੋ ਕਿ ਮੈਂ ਫਸਟ ਟਾਈਮਰ ਹਾਂ, ਦੋ ਮੈਂ ਪਿੰਡ ਇਲੈਕਸ਼ਨਸ ਲੜਿਆ ਹੋਇਆ। ਮੈਂ ਪੋਲੀਟੀਕਲ ਨੌਲੇਜ ਮੈਨੂੰ ਹੈ। ਜਦ ਮੈਂ 2006 'ਚ ਕਾਂਗਰਸ ਜੁਆਇਨ ਕੀਤੀ ਸੀ, ਯੂਥ ਕਾਂਗਰਸ ਦਾ ਮੈਂ ਵਾਈਸ ਪ੍ਰੈਜ਼ੀਡੈਂਟ ਰਿਹਾ। ਜਨਰਲ ਸੈਕਟਰੀ ਹੁਣ ਆਊਟਗੋਇੰਗ ਜਿਹੜਾ ਮੈਂ ਸੀਗੀ ਸਾਡੀ ਕਮੇਟੀ, ਉਸ ਮੈਂ ਜਨਰਲ ਸਕੱਤਰ ਸੀਗਾ। ਆਲ ਇੰਡੀਆ ਕਾਂਗਰਸ ਵਾਸਤੇ ਕੰਮ ਕੀਤਾ ਸੀ। ਜਿੰਨੀਆਂ ਇਲੈਕਸ਼ਨਸ ਹੋਈਆਂ ਨੇ ਇਨ ਦੋਜ਼ 5 ਇਅਰਸ, ਜਿਹੜੇ 17 ਤੋਂ ਲੈ ਕੇ 12 ਤੱਕ, ਉਹਨਾਂ 'ਚ ਮੈਂ ਕਿਤੇ ਨਾ ਕਿਤੇ ਆਪਦਾ ਰੋਲ ਅਦਾ ਕਰਦਾ ਸੀ। ਮੇ ਬੀ ਆਬਜ਼ਰਵਰ, ਮੇ ਬੀ ਫਾਇਰ ਫਾਈਟਿੰਗ ਵਾਸਤੇ ਮੈਂ ਜਾਂਦਾ ਸੀਗਾ। ਸੋ ਆਈ ਹੈਵ ਨੌਲੇਜ ਅਬਾਊਟ ਇਟ। ਡੈਫੀਨਿਟਲੀ ਜੇ ਮੈਂ ਕੰਮ ਕੀਤਾ, ਸ਼ਰਮਾ ਜੀ ਨੇ ਵੀ ਕੰਮ ਕੀਤਾ ਸੀਗਾ ਉੱਥੇ, ਉਹ ਵੀ ਹੋਪ ਕਰਦੇ, ਆਪਾਂ ਹੋਪ ਤੇ ਜ਼ਿੰਦਗੀ ਜਿਉਂਦੇ ਹਾਂ। ਐਂਡ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਬੀਜੇਪੀ ਝੋਲੀ ਸ਼ਹਿਰੀ ਸੀਟੀ ਪੈ ਸਕਦੀਆਂ ਨੇ ਤਾਂ ਮੈਂ ਕੈਂਡੀਡੇਟ ਹੋ ਸਕਦਾ। ਆਈ ਡੋਂਟ ਨੋ ਪਾਰਟੀ ਨੇ ਉਹਨਾਂ ਨੂੰ ਕੀ ਜਿਤਾਇਆ ਸੀ, ਕਿੰਨਾ ਕੁ ਵਿਸ਼ਵਾਸ ਦਿੱਤਾ ਸੀਗਾ, ਕੀ ਸੀਗਾ, ਬਟ ਹਾਰਟ ਬਰਨ ਹੈ। ਮਨਾਵਾਂਗੇ, ਅਸੀਂ ਲੱਗੇ ਹੋਏ ਹਾਂ।
ਐਂਡ ਬਦ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਤਾਂ ਸਾਡਾ ਭਰਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਤੇ ਥਿੰਗਸ ਵਿਲ ਬੀ ਵੈਰੀ ਗੁੱਡ। ਬਹੁਤ ਬਹੁਤ ਧੰਨਵਾਦ ਜੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਲਈ ਸਕਾਈ ਨਿਊਜ਼ ਪੰਜਾਬ ਤੇ ਆਉਣ ਲਈ। ਥੈਂਕ ਯੂ। ਸੋ ਇਸ ਤਰ੍ਹਾਂ ਸਾਡਾ ਸਤਿੰਦਰਪਾਲ ਸਿੰਘ ਤਾਜਪੁਰ ਰਹੀ ਜੋ ਕਿ ਲੁਧਿਆਣਾ ਸਾਊਥ ਤੋਂ ਚੋਣਾਂ ਲੜ ਰਹੇ ਨੇ, ਜੋ ਕਿ ਜਿਹੜੀਆਂ ਗੱਲਾਂ ਇਹਨਾਂ ਨੂੰ ਪੁੱਛੀਆਂ, ਜਿਹੜੇ ਸਵਾਲ ਇਹਨਾਂ ਨੂੰ ਪੁੱਛੇ ਗਏ, ਉਹਨਾਂ ਨੇ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਨਾਲ ਉਹਨਾਂ ਇਹ ਵੀ ਕਹਿਣਾ ਕਿ ਜਿਹੜੇ ਮੁੱਦੇ ਜਿਹੜੇ ਕੈਂਡੀਡੇਟ ਨਾਰਾਜ਼ ਹੋਏ ਨੇ ਉਹਨਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਤੇ ਨਾਲੇ ਇੱਕ ਇਹ ਵੀ ਗੱਲ ਇਹਨਾਂ ਨੇ ਕਹੀ ਹੈ ਕਿ ਜਿਹੜੇ ਜ਼ਖਮ ਹੁੰਦੇ ਨੇ ਉਹਦਾ ਜਿਹੜਾ ਹੀਲਰ ਇੱਕ ਸਮਾਂ ਜਿਹੜਾ ਇੱਕ ਬਹੁਤ ਵੱਡਾ ਹੀਲਰ ਹੁੰਦਾ, ਸੋ ਉਸ ਨੂੰ ਇਸਤੇਮਾਲ ਕਰਕੇ ਕਿਤੇ ਨਾ ਕਿਤੇ ਐਤਕੀ ਲੋਕਾਂ ਤੋਂ ਜਿਹੜਾ ਹੈ ਉਹਨਾਂ ਲੋਕਾਂ ਦੇ ਵਿੱਚ ਜਾਇਆ ਵੀ ਜਾਏਗਾ ਤੇ ਉਹਨਾਂ ਤੋਂ ਵੋਟਾਂ ਦੀ ਅਪੀਲ ਵੀ ਕੀਤੀ ਜਾਏਗੀ।